परम सन्मानयोग दसां ही पातशाहियां दी आत्मक जोत धन धन श्री गुरु ग्रंथ साहिब सच्चे पातशाह जी तिन्हां दी अपार किरपा सदका धन श्री गुरु तेग बहादुर साहिब जी महाराज तिन्हां दे 400 साले प्रकाश पुरब नूं समर्पित करदियां होइयां गुरु साहिब जी की किरपा सदका धन श्री गुरु तेग बहादुर साहिब जी महाराज जी की संपूर्ण गुरबाणी की व्याख्या की सेवा आरंभ होण लगी है। सतगुरु साहिब जी आप किरपा करके आरंभ करवा रहे हैं। आओ गुरबाणी की आरंभता करिए। गौड़ी राग तो धन गुरु तेग बहादुर साहिब जी महाराज जी की पावन उचारण कीती हुई बाणी आरंभ हुंदी है। आओ सरवण करदे हां। सतगुरु साहिब जी किरपा करते हैं। एक ओंकार सतगुर प्रसाद। एक अद्वैत स्वरूप परमात्मा ओंकार सारियां दा प्रकाशक सतगुरु दी किरपा सदका प्राप्त हुंदा है। राग गौड़ी महला नावा। गौड़ी राग दे अंदर नौवें पातशाह धन सतगुरु गुरु तेग बहादुर जी किरपा करते हैं। साधो मन का मान त्यागो। महाराज किरपा करते हैं। हे साध जनों, हे गुरमुख प्यारेओ, अपने मन का जो मान है उस नूं त्यागना करो। मन दे विच अनेकां प्रकार का मान पैदा हो सकता है। किसी नूं अपनी विद्या दे उत्ते मान हो जाता है, किसी नूं अपने सुंदर स्वरूप दे उत्ते मान हो जाता है, किसी नूं अपने धन दे उत्ते, किसी नूं जवानी दे उपर मान हो जाता है। कबीर जी का बचन है, धन जोबन का गर्भ ना कीजै, कागद ज्यों गल जाहेगा। भाई अपने धन जवानी आदਿਕ ਦਾ किसी पदार्थ का मान ना कर। तू तां कागज वांगू गल जाना। जिवें कागज दे उत्ते पानी दीयां 2 बूंदां पै जाण, वो कागज झट गल जाता। इस तरह तू नाश हो जाना है, गल जाना है, मान ना कर। अगे महाराज किरपा करते हैं। काम क्रोध संगत दुरजन की, ताते अहनिस भागो। महाराज कहते हैं, जेड़ा काम है अते क्रोध है, जां इदां कह लो भी जेड़े ये 5 विकार हैं, काम क्रोध लोभ मोह हंकार आदਿਕ, ਜਾਂ ਇਹਨਾਂ ਵਕਾਰਾਂ ਦੇ ਨਾਲ ਗਰਸੇ ਹੋਏ ਜੋ ਜੀਵ ਹਨ, ਜਿਹੜੇ ਕਾਮ ਦੇ ਗਰਸੇ ਹੋਏ ਹਨ, ਕ੍ਰੋਧ ਦੇ ਮਾਰੇ ਹੋਏ ਨੇ, ਜਿਨ੍ਹਾਂ ਦੇ ਅੰਦਰ ਪਦਾਰਥਾਂ ਨੂੰ ਜੋੜਨ ਦਾ ਲੋਭ ਹੈ, ਜਿਨ੍ਹਾਂ ਦੇ ਅੰਦਰ ਸਰੀਰਾਂ ਦਾ ਮੋਹ ਹੈ, ਜਿਨ੍ਹਾਂ ਦੇ ਅੰਦਰ ਹੰਕਾਰ ਹੈ। ਤੇ ਮਹਾਰਾਜ ਕਹਿੰਦੇ ਹਨ, ਕਾਮ ਕ੍ਰੋਧ ਸੰਗਤ ਦੁਰਜਨ ਕੀ। ਐਸੇ ਜਿਹੜੇ ਦੁਰਜਨ ਪੁਰਸ਼ ਹਨ, जिमें सज्जन हुंदा है ना, सज्जन का विरोधी शब्द है दुरजन। सज्जन वो हुंदे आ जिहड़े सारियां दे नाल प्रेम करते हैं, सारियां दे अंदर परमात्मा की जोत देख के सब दे उत्ते उपकार करते हैं, कदे किसी का माड़ा नहीं सोचते। पर दुरजन लोग वो हुंदे हैं जिन्हां दा तुसीं लख भला कर लो, वो फिर भी माड़ा ही सोचणगे। ਉਹ ਫਿਰ ਵੀ ਸਮਾਂ ਆ ਕੇ ਉਹਨਾਂ ਦਾ ਸੁਭਾਅ ਸੱਪ ਵਰਗਾ ਹੁੰਦਾ ਹੈ। ਤੁਸੀਂ ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਆਈ ਚੱਲੋ, ਸੱਪ ਸਮਾਂ ਪਾ ਕੇ ਤੁਹਾਨੂੰ ਇੱਕ ਦਿਨ ਜ਼ਰੂਰ ਡੰਗ ਲਵੇਗਾ। ਇਸ ਤਰ੍ਹਾਂ ਦੁਰਜਨ ਦੀ ਹਾਲਤ ਹੈ, ਉਹ ਹਮੇਸ਼ਾ ਮਾੜਾ ਹੀ ਸੋਚਦੇ। ਤਾਂ ਮਹਾਰਾਜ ਕਹਿੰਦੇ ਐਸੇ ਜਿਹੜੇ ਵਕਾਰੀ ਪੁਰਸ਼ ਹਨ, ਦੁਰਜਨ ਹਨ, ਤਾਂ ਤੇ ਅਹਨਿਸ ਭਾਗੋ, ਉਹਨਾਂ ਦੀ ਸੰਗਤ ਨਹੀਂ ਕਦੇ ਵੀ ਕਰਨੀ। ਮਹਾਰਾਜ ਕਹਿਣ ਲੱਗੇ, ਭਾਵਾਂ ਰਾਤ ਹੋਵੇ ਭਾਵਾਂ ਦਿਨ ਹੋਵੇ, ਜਦੋਂ ਵੀ ਉਹ ਤੁਹਾਨੂੰ ਦਿਸ ਜਾਣ, ਉਹਨਾਂ ਦੀ ਸੰਗਤ ਤੋਂ ਦੂਰ ਨੱਸ ਜਾਓ, ਭੱਜ ਜਾਓ।
ਜਿਵੇਂ ਕਬੀਰ ਜੀ ਦਾ ਬਚਨ ਹੈ, ਕਬੀਰ ਸਾਕਤ ਸੰਗ ਨਾ ਕੀਜੀਐ, ਦੂਰ ਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਏ ਤਉ ਕਛ ਲਾਗੈ ਦਾਗ। ਕਬੀਰ ਜੀ ਕਹਿੰਦੇ ਹਨ, ਸਾਕਤ ਪੁਰਸ਼ ਦੀ ਸੰਗਤ ਜਦੋਂ ਵੀ ਤੁਹਾਨੂੰ ਸਾਕਤ ਪੁਰਸ਼ ਦਿਸ ਜਾਵੇ, ਸਾਕਤ ਨੂੰ ਦੇਖਦੇ ਹੀ ਉੱਥੋਂ ਨੱਸ ਜਾਵੋ, ਦੂਰ ਹੋ ਜਾਓ। ਕਿਉਂਕਿ ਸਾਕਤ ਐਸਾ ਹੁੰਦਾ ਹੈ ਜਿਵੇਂ ਕਾਲਾ ਭਾਂਡਾ ਹੁੰਦਾ ਨਾ, ਕਾਲਸ ਦੇ ਨਾਲ ਲਿਬੜਿਆ ਹੋਇਆ, ਤੇ ਕਾਲਸ ਦੇ ਨਾਲ ਲਿਬੜਿਆ ਹੋਇਆ ਭਾਂਡਾ ਜੇ ਤੁਸੀਂ ਉਹਨੂੰ ਪਕੜੋ ਜਾਂ ਉਹ ਤੁਹਾਡੇ ਕੱਪੜੇ ਕਾਲੇ ਕਰ ਦੇਗਾ, ਤੇ ਕੱਪੜੇ ਨਹੀਂ ਤੁਹਾਡੇ ਹੱਥ ਤਾਂ ਜ਼ਰੂਰ ਕਾਲੇ ਕਰ ਦੇਗਾ। ਇਸ ਕਰਕੇ ਜਿਹੜਾ ਕਲੰਕੀ ਆਦਮੀ ਹੁੰਦਾ ਹੈ, ਉਹ ਜਾਂਦਾ ਜਾਂਦਾ ਕੋਈ ਨਾ ਕੋਈ ਕਲੰਕ ਬੰਦੇ ਦੇ ਮੱਥੇ ਉੱਪਰ ਜ਼ਰੂਰ ਮਰ ਜਾਂਦਾ ਹੈ, ਜਿਹਦੇ ਕਰਕੇ ਬੰਦੇ ਨੂੰ ਬਦਨਾਮੀ ਖੱਟਣੀ ਪੈਂਦੀ। ਇਸੇ ਕਰਕੇ ਮਹਾਰਾਜ ਕਹਿੰਦੇ ਤਾਤੇ ਅਹਨਿਸ ਭਾਗੋ। ਇਸ ਕਰਕੇ ਉਹਨਾਂ ਦੀ ਸੰਗਤ ਦੇ ਵਿੱਚੋਂ ਭੱਜ ਜਾਓ, ਭਾਵੇਂ ਰਾਤ ਹੋਵੇ ਭਾਵੇਂ ਦਿਨ ਹੋਵੇ, ਕਦੇ ਵੀ ਉਹਨਾਂ ਦੀ ਸੰਗਤ 'ਚ ਨਾ ਖੜੋ। ਰਹਾਉ ਸੁਖ ਦੁੱਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨਾ। ਇੱਥੇ ਹੁਣ ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਕਿਰਪਾ ਕਰਦੇ ਹਨ। ਜੋ ਗੁਰਮੁਖ ਹੁੰਦਾ ਹੈ ਉਸ ਦੀ ਅਵਸਥਾ ਹੈ, ਉਹਨੂੰ ਸੁੱਖ ਤੇ ਦੁੱਖ ਦੋਵੇਂ ਇੱਕੋ ਜਿਹੇ ਲੱਗਦੇ ਹਨ। ਗੁਰਮੁਖ ਹੈ ਜਿਹੜਾ ਰੱਬ ਦਾ ਪਿਆਰਾ, ਉਹ ਸੁੱਖ ਤੇ ਦੁੱਖ ਦੋਹਾਂ ਨੂੰ ਇੱਕੋ ਜਿਹਾ ਹੀ ਜਾਣਦਾ, ਇੱਕੋ ਜਿਹਾ ਹੀ ਸਮਝਦਾ। ਉਸ ਜੇ ਆਪਾਂ ਸੁੱਖ ਨੂੰ ਪਰਮਾਤਮਾ ਦੀ ਦਿੱਤੀ ਹੋਈ ਦਾਤ ਸਮਝਦੇ ਹਾਂ, ਤੇ ਰੱਬ ਦੇ ਪਿਆਰੇ ਦੁੱਖ ਨੂੰ ਆਪਾਂ ਪਰਮਾਤਮਾ ਦੀ ਕੁਦਾਤ ਸਮਝਦੇ ਹਾਂ ਵੀ ਇਹ ਸਾਡੇ ਤੇ ਪਰਮਾਤਮਾ ਨੇ ਕੋਈ ਵਿਪਤਾ ਪੈਦਾ ਕਰਤੀ। ਨਹੀਂ, ਜਿਹੜੇ ਰੱਬ ਦੇ ਪਿਆਰੇ ਹਨ ਉਹ ਸੁੱਖ ਤਾਂ ਦਾਤ ਸਮਝਦੇ ਹੀ ਨਹੀਂ, ਦੁੱਖ ਵੀ ਉਸ ਪਰਮਾਤਮਾ ਦੀ ਦਿੱਤੀ ਹੋਈ ਦਾਤ ਸਮਝਦੇ। ਉਹ ਦੁੱਖ ਦੇ ਵਿੱਚ ਵੀ ਉਸ ਵਾਹਿਗੁਰੂ ਦੇ ਨਾਲ ਜੁੜੇ ਰਹਿੰਦੇ ਐ, ਤੇ ਸੁੱਖਾਂ ਦੇ ਵਿੱਚ ਉਹ ਸਨੇਹ ਨਹੀਂ ਕਰਦੇ, ਸੁੱਖਾਂ ਵਿੱਚ ਹੰਕਾਰ 'ਚ ਨਹੀਂ ਆਉਂਦੇ। ਉਹ ਦੁੱਖ ਤੇ ਸੁੱਖ ਨੂੰ ਦੋਹਾਂ ਨੂੰ ਇੱਕੋ ਜਿਹਾ ਕਰਕੇ ਜਾਣਦੇ ਹਨ। ਔਰ ਮਾਨ ਅਪਮਾਨਾ। ਤੇ ਫਿਰ ਮਹਾਰਾਜ ਕਹਿੰਦੇ ਮਾਨ ਤੇ ਅਪਮਾਨ, ਜੇ ਉਹਨਾਂ ਦਾ ਕੋਈ ਮਾਣ ਇੱਜ਼ਤ ਕਰੇ ਉਹ ਫੁੱਲਦੇ ਨਹੀਂ, ਜੇ ਉਹਨਾਂ ਦਾ ਕੋਈ ਨਿਰਾਦਰ ਕਰ ਦਵੇ, ਕੌੜਾ ਬੋਲ ਬੋਲ ਕੇ ਉਹਨਾਂ ਦਾ ਕੋਈ ਅਪਮਾਨ ਕਰ ਦਵੇ, ਤੇ ਉਸ ਦੇ ਨਾਲ ਉਹ ਗੁੱਸੇ ਨਹੀਂ ਹੁੰਦੇ, ਉਹਦੇ ਨਾਲ ਕਿਸੇ ਪ੍ਰਕਾਰ ਉਹ ਖਿੱਚਦੇ ਨਹੀਂ। ਉਹਨਾਂ ਨੂੰ ਮਾਨ ਤੇ ਅਪਮਾਨ ਇੱਕੋ ਜਿਹਾ ਹੀ ਲੱਗਦਾ, ਉਹਨਾਂ ਨੂੰ ਆਦਰ ਤੇ ਨਿਰਾਦਰ ਇੱਕੋ ਜਿਹਾ ਹੀ ਲੱਗਦਾ। ਉਹ ਮਾਣ ਦੀ ਇੱਛਾ ਨਹੀਂ ਰੱਖਦੇ ਤੇ ਅਪਮਾਨ ਤੋਂ ਡਰਦੇ ਨਹੀਂ। ਇਹੋ ਜੀ ਉਹਨਾਂ ਦੀ ਅਵਸਥਾ ਹੁੰਦੀ ਹੈ। ਹਰਖ ਸੋਗ ਤੇ ਰਹਿ ਨਿਆਰਾ, ਹਰਖ ਸੋਗ ਤੇ ਰਹਿ ਅਤੀਤਾ, ਤਿੰਨ ਜਗ ਤਤ ਪਛਾਨਾ। ਕਹਿੰਦੇ ਉਹ ਹਰਖ ਤੇ ਸੋਗ ਤੋਂ ਅਤੀਤ ਰਹਿੰਦੇ ਹਨ। ਉਹਨਾਂ ਹਰਖ ਕਹਿੰਦੇ ਨੇ ਜੀ, ਸੰਸਕ੍ਰਿਤ ਦਾ ਸ਼ਬਦ ਹੈ। ਹਰਖ ਦਾ ਮਤਲਬ ਹੁੰਦਾ ਖੁਸ਼ੀ। ਉਹ ਕਿਸੇ ਪਦਾਰਥ ਦੇ ਆਉਣ ਤੇ, ਧਨ ਜ਼ਮੀਨ ਜਾਇਦਾਦ ਆਉਣ ਤੇ ਖੁਸ਼ ਨਹੀਂ ਹੁੰਦੇ, ਤੇ ਜੇ ਉਹਨਾਂ ਦੇ ਕੋਲੋਂ ਕੋਈ ਪਦਾਰਥ ਚਲਿਆ ਜਾਵੇ ਉਹ ਉਸ ਕਰਕੇ ਗਮਗੀਨ ਨਹੀਂ ਹੁੰਦੇ, ਦੁਖੀ ਨਹੀਂ ਹੁੰਦੇ, ਉਹ ਉਸ ਕਰਕੇ ਸੋਗ ਨਹੀਂ ਮਨਾਉਂਦੇ। ਬਚਨ ਹਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ। ਮਹਾਰਾਜ ਕਹਿੰਦੇ ਹਨ, ਆਵਤ ਹਰਖ ਨਾ ਜਾਵਤ ਦੁਖਾ, ਨਹਿ ਵਿਆਪੈ ਮਨ ਰੋਗਨੀ। ਉਹਨਾਂ ਦੀ ਅਵਸਥਾ ਇਹੋ ਜੀ ਹੈ, ਪਦਾਰਥ ਦੇ ਆਉਣ ਦੇ ਉੱਤੇ ਖੁਸ਼ ਨਹੀਂ ਹੁੰਦੇ, ਪਦਾਰਥ ਦੇ ਜਾਣ ਦੇ ਉੱਤੇ ਉਹ ਦੁਖੀ ਨਹੀਂ ਹੁੰਦੇ। ਤੇ ਇਹੋ ਜਿਹੇ ਗੁਰਮੁਖ ਪਿਆਰੇ ਆ ਜਿਹੜੇ ਸਾਰੀ ਜ਼ਿੰਦਗੀ ਚਿੰਤਾ ਤੋਂ ਮੁਕਤ ਰਹਿੰਦੇ ਆ। ਰੋਗਨੀ ਮਤਲਬ ਚਿੰਤਾ, ਜਿਹੜੀ ਸਾਰੇ ਰੋਗਾਂ ਨੂੰ ਜਨਮ ਦੇਣ ਵਾਲੀ, ਉਹ ਤੋਂ ਮੁਕਤ ਰਹਿੰਦੇ। ਮਹਾਰਾਜ ਕਹਿੰਦੇ ਹਰਖ ਸੋਗ ਤੇ ਰਹਿ ਅਤੀਤਾ, ਤਿੰਨ ਜਗ ਤਤ ਪਛਾਨਾ। ਜਿਹੜੇ ਹਰਖ ਤੇ ਸੋਗ ਤੋਂ, ਖੁਸ਼ੀ ਤੇ ਗਮ ਤੋਂ ਅਤੀਤ ਰਹਿੰਦੇ ਹਨ, ਉਹਨਾਂ ਨੇ ਅਸਲ ਦੇ ਵਿੱਚ ਇਸ ਜਗਤ ਦਾ ਤੱਤ, ਜੋ ਸਿਧਾਂਤ ਰੂਪ ਹੈ, ਜੋ ਇਸ ਜਗਤ ਦਾ ਕਾਰਨ ਰੂਪ ਹੈ, ਮੂਲ ਰੂਪ ਪਰਮਾਤਮਾ, ਉਸ ਨੂੰ ਸਹੀ ਮਾਇਨਿਆਂ ਦੇ ਵਿੱਚ ਜਾਣ ਲਿਆ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹਨਾਂ ਨੇ ਜਗਤ ਦਾ ਸਾਰ ਜਾਣ ਲਿਆ, ਜਗਤ ਦਾ ਮੂਲ ਰੂਪ ਜਿਹੜਾ ਵਾਹਿਗੁਰੂ ਹੈ। ਜਿਵੇਂ ਲਹਿਰਾਂ ਪਾਣੀ ਤੋਂ ਬਿਨਾਂ ਨਹੀਂ ਉੱਠ ਸਕਦੀਆਂ, ਪਾਣੀ ਤੋਂ ਬਿਨਾਂ ਝੱਗ ਨਹੀਂ ਪੈਦਾ ਹੋ ਸਕਦੀ, ਲਹਿਰਾਂ ਦਾ, ਝੱਗ ਦਾ, ਬੁਲਬੁਲਿਆਂ ਦਾ ਮੂਲ ਜਿੱਦਾਂ ਪਾਣੀ ਹੈ ਨਾ, ਇਸੇ ਤਰ੍ਹਾਂ ਉਸ ਨਿਰੰਕਾਰ ਤੋਂ ਬਿਨਾਂ ਸੰਸਾਰ ਦੀ ਉਤਪਤੀ ਹੈ ਜਿਹੜੀ, ਉਸ ਨੂੰ ਕਲਪਨਾ ਕਰਨਾ ਇਹ ਕਹਿ ਲਵੋ ਵੀ ਬਿਲਕੁਲ ਜਾਇਜ਼ ਨਹੀਂ ਹੈ। ਤਾਂ ਇਸ ਪ੍ਰਕਾਰ ਉਹ ਤਤ ਰੂਪ ਹੈ ਸਾਰੇ ਜਗਤ ਦਾ। ਉਹਨਾਂ ਨੇ ਤਿੰਨ ਜਗ ਤਤ ਪਛਾਨਾ, ਉਹਨਾਂ ਨੇ ਜਗਤ ਦੇ ਤਤ ਸਿਧਾਂਤ ਰੂਪ ਵਾਹਿਗੁਰੂ ਨੂੰ ਪਛਾਣ ਲਿਆ ਹੈ।
ਉਸ ਤਤ ਨਿੰਦਾ ਦੋਹੁ ਤਿਆਗੈ, ਖੋਜੈ ਪਦ ਨਿਰਬਾਨਾ। ਮਹਾਰਾਜ ਕਹਿੰਦੇ ਉਹ ਨਿੰਦਿਆ ਤੇ ਉਸਤਤ ਇਹਨਾਂ ਦੋਹਾਂ ਨੂੰ ਤਿਆਗ ਦਿੰਦੇ ਆ। ਮਤਲਬ ਨਾ ਤਾਂ ਉਹਨਾਂ ਨੂੰ ਆਪਣੀ ਉਸਤਤ ਸੁਣਨ ਦੀ ਇੱਛਾ ਹੁੰਦੀ ਹੈ। ਆਪਾਂ ਹਰ ਬੰਦਾ ਦੁਨੀਆ ਦੇ ਉੱਤੇ ਜੋ ਵੀ ਦੇਖਦੇ ਹਾਂ, ਸਾਰੇ ਇਹ ਸਭ ਆਪਣੀ ਉਸਤਤ ਕਰਵਾਉਣੀ ਚਾਹੁੰਦੇ ਆ। ਇੱਥੋਂ ਤੱਕ ਮਹਾਰਾਜ ਦੇ ਬਚਨ ਹੈ, ਜਿਹ ਸੋਭਾ ਕਉ ਕਰ ਹੈ ਭਲੀ ਕਰਨੀ। ਬੰਦਾ ਤਾਂ ਦੇਖ ਲਓ, ਆ ਜਿੰਨੇ ਚੰਗੇ ਕਰਮ ਨੇ, ਦਾਨ ਪੁੰਨ ਸੇਵਾ ਸਿਮਰਨ, ਕਈ ਤਾਂ ਲੋਕ ਇਹ ਦਾਨ ਪੁੰਨ ਵੀ ਆਪਣੀ ਸੋਭਾ ਵਾਸਤੇ ਕਰਦੇ ਆ, ਵੀ ਸਾਡੀ ਸੋਭਾ ਹੋਵੇ, ਵਡਿਆਈ ਹੋਵੇ, ਸਾਡੀ ਉਸਤਤ ਕਰਨ ਲੋਕ, ਤੇ ਆਪਣੀ ਨਿੰਦਿਆ ਤੋਂ ਦੂਰ ਭੱਜਦੇ ਆ ਵੀ ਸਾਡੀ ਕੋਈ ਨਿੰਦਿਆ ਨਾ ਕਰੇ। ਪਰ ਅਸਲ ਦੇ ਵਿੱਚ ਗੁਰਮੁਖ ਪਿਆਰਿਓ, ਜੇ ਕੋਈ ਸਾਡੀ ਨਿੰਦਿਆ ਕਰਦਾ ਨਾ, ਉਹਦੇ ਨਾਲ ਨੁਕਸਾਨ ਨਹੀਂ, ਸਾਨੂੰ ਸਗੋਂ ਫਾਇਦਾ ਹੈ। ਉਹ ਸਾਡੀ ਮਹਿਲ ਧੋਂਦਾ ਅੰਦਰ ਦੀ। ਤੇ ਜੇ ਕੋਈ ਸਾਡੀ ਉਸਤਤ ਕਰਦਾ ਹੈ, ਸਮਝ ਲਓ ਉਹ ਸਾਡੇ ਪੁੰਨ ਲੈ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿਣਗੇ ਰੱਬ ਦੇ ਪਿਆਰੇ ਇਸ ਗੱਲ ਤੋਂ ਮੁਕਤ ਨੇ। ਉਸਤਤ ਨਿੰਦਾ ਦੋਹੁ ਤਿਆਗੈ, ਖੋਜੈ ਪਦ ਨਿਰਬਾਨਾ। ਉਹ ਨਾ ਉਸਤਤ ਸੁਣਦੇ ਆਪਣੀ, ਤਾਂ ਨਾ ਨਿੰਦਿਆ ਤੋਂ ਘਬਰਾਉਂਦੇ ਆ, ਦੋਵੇਂ ਤਿਆਗ ਦਿੰਦੇ ਆ। ਤੇ ਖੋਜੈ ਪਦ ਨਿਰਬਾਨਾ, ਨਿਰਬਾਨ ਬੰਧਨਾਂ ਤੋਂ ਰਹਿਤ ਜਿਹੜੀ ਪਦਵੀ ਹੈ ਕੇਵਲ ਮੋਖ ਦੀ, ਉਸ ਦੀ ਭਾਲ ਦੇ ਵਿੱਚ ਜੁੜੇ ਰਹਿੰਦੇ ਆ। ਬੰਧਨਾਂ ਤੋਂ ਮੁਕਤ ਹੋਣ ਦੇ ਮਾਰਗ ਨੂੰ, ਰਸਤੇ ਨੂੰ ਖੋਜਦੇ ਰਹਿੰਦੇ ਹਨ। ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਮਹਾਰਾਜ ਕਹਿੰਦੇ ਇਹ ਜਿਹੜਾ ਖੇਲ ਹੈ ਨਾ ਜੀ, ਇਹ ਬੜਾ ਔਖਾ ਹੈ। ਇਸ ਖੇਲ ਨੂੰ ਕੋਈ ਵਿਰਲਾ ਵਿਰਲਾ ਕਰੋੜਾਂ ਚੋਂ ਖੇਡ ਸਕਦਾ ਹੈ। ਇਹ ਪ੍ਰੇਮ ਦੀ ਖੇਲ ਖੇਲਣੀ ਬੜੀ ਕਠਿਨ ਹੈ ਭਾਈ। ਇਹ ਤਾਂ ਕੋਈ ਬ੍ਰਹਮ ਗਿਆਨੀ ਸਾਧੂ ਮਹਾਤਮਾ ਹੀ ਇਸ ਖੇਲ ਨੂੰ ਖੇਲ ਸਕਦਾ ਹੈ। ਜਨ ਨਾਨਕ ਇਹੋ ਖੇਲ ਕਠਿਨ। ਇਹ ਖੇਲ ਆ ਜਿੰਨਾ ਵੀ ਤੁਸੀਂ ਉੱਪਰ ਸੁਣ ਕੇ ਆਏ ਹੋ, ਮਨ ਦਾ ਮਾਣ ਛੱਡਣਾ, ਦੁਰਜਨਾਂ ਦੀ ਸੰਗਤ ਤੋਂ ਦੂਰ ਹੋਣਾ, ਦੁੱਖ ਤੇ ਸੁੱਖ ਨੂੰ ਇੱਕੋ ਜਿਹਾ ਸਮਝਣਾ, ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਤੇ ਖੁਸ਼ ਨਹੀਂ ਹੋਣਾ, ਜਾਣ ਤੇ ਦੁਖੀ ਨਹੀਂ ਹੋਣਾ, ਇਹ ਖੇਡ ਬੜੀ ਔਖੀ ਹੈ। ਕਿਨਹੂ ਗੁਰਮੁਖ ਜਾਨਾ, ਇਸ ਖੇਲ ਨੂੰ ਖੇਲਣਾ ਕਿਸੇ ਗੁਰਮੁਖ ਨੇ, ਕਿਸੇ ਵਿਰਲੇ ਰੱਬ ਦੇ ਭਗਤ ਨੇ ਜਾਣਿਆ। ਹਰ ਕੋਈ ਇਸ ਪ੍ਰੇਮ ਦੀ ਖੇਲ ਨੂੰ ਖੇਲ ਨਹੀਂ ਸਕਦਾ। ਇਸ ਪ੍ਰਕਾਰ ਸਤਿਗੁਰੂ ਨੇ ਕਿਰਪਾ ਕੀਤੀ ਹੈ। ਅੱਜ ਆਪਾਂ ਨੇ ਇੱਕ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਾ ਵਿਚਾਰਿਆ ਹੈ। ਇਹ ਲੜੀ ਹੁਣ ਆਪਾਂ ਨੇ ਆਰੰਭ ਕਰ ਦਿੱਤੀ ਹੈ। ਸੰਪੂਰਨ ਬਾਣੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਜਿੰਨੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਹੈ, ਉਹ ਸਾਰੀ ਬਾਣੀ ਦੀ ਆਪਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲੇ ਨੂੰ ਸਮਰਪਿਤ ਕਰਦਿਆਂ ਹੋਏ ਇਹ ਸੇਵਾ ਆਰੰਭ ਕੀਤੀ ਹੈ। ਆਓ ਹੁਣ ਸਮਾਪਤੀ ਕਰੀਏ ਜੀ। ਉਸਤਤ ਨਿੰਦਾ ਦੋਹੁ ਤਿਆਗੈ, ਖੋਜੈ ਪਦ ਨਿਰਬਾਨਾ। ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।